उधरों भी गए, कहता ਉਹਦੇ ਵਿੱਚ ना खुदाई ना माया मिली, ना दुविधा में दोनों गए, ना माया मिली ना राम। कुर्सी भी गई ते किसानी भी गई। हले नागरा साहब दी नहीं, आ लड़ाई कल्ले पंजाब कांग्रेस दी नहीं, आ लड़ाई पूरे हिंदुस्तान के किसान की लड़ाई है। ਇਹਦਾ सूत्रधार जो है वो मोदी साहब है, जिन्हों ने आ काले कानून लैके है। लड़ाई साडी उत्थे है। ਲੁਧਿਆਣਾ ਵਿੱਚ ਵਰਚੁਅਲ ਕਿਸਾਨ ਮੇਲੇ ਦਾ ਉਦਘਾਟਨ ਕਰਨ ਪਹੁੰਚੇ ਸੁਨੀਲ ਜਾਖੜ ਨੇ ਬੀਬੀ ਹਰਸਿਮਰਤ ਕੌਰ ਬਾਦਲ ਤੇ ਤੰਜ ਕੱਸਦਿਆਂ ਅਸਤੀਫੇ ਨੂੰ ਰਾਜਨੀਤਿਕ ਦੱਸਿਆ ਤੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਖੇਤੀਬਾੜੀ ਆਰਡੀਨੈਂਸ ਦੇ ਵਕੀਲ ਬਣੇ ਹੋਏ ਸਨ ਤੇ ਕਹਿ ਰਹੇ ਸਨ ਕਿ ਇਸ ਨਾਲ ਕਿਸਾਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ, ਪਰ ਹੁਣ ਵੋਟ ਬੈਂਕ ਨੂੰ ਵੇਖਦੇ ਹੋਏ ਇਹ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ। ਉੱਥੇ ਹੀ ਉਹਨਾਂ ਨਰਿੰਦਰ ਮੋਦੀ ਤੇ ਵੀ ਨਿਸ਼ਾਨਾ ਕੱਸਦਿਆਂ ਅਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਿਆ ਗਿਆ ਫੈਸਲਾ ਬਿਲਕੁਲ ਕਿਸਾਨ ਵਿਰੋਧੀ ਹੈ। ਤੋਂ ਬਾਅਦ ਬਿੱਲ ਪਾਸ ਹੋਣ ਤੋਂ ਬਾਅਦ ਜਿਹੜਾ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ। ਉਸ ਵਾਰ ਹਰਸਿਮਰਤ ਬਾਦਲ ਨੇ ਵੀ ਅਸਤੀਫਾ ਦਿੱਤਾ, ਅੱਜ ਕਾਂਗਰਸ ਕੁਲਦੀਪ ਲਾਟਰ ਨੇ ਵੀ ਅਸਤੀਫਾ ਦਿੱਤਾ, ਉਹਦੇ ਬਾਰੇ ਕੀ ਕਹੋਗੇ? ਮੈਂ ਸਮਝਦਾ ਨਾਗਰਾ ਸਾਹਿਬ ਦੇ ਅਸਤੀਫੇ ਨੂੰ ਤੁਸੀਂ ਅਕਾਲੀਆਂ ਦੇ ਅਸਤੀਫੇ ਦੇ ਨਾਲ ਜੋੜ ਕੇ ਇੱਕ ਬਿਹਤਰੀਨ ਇਨਸਾਨ ਦੇ ਬਿਹਤਰੀਨ ਕਿਰਦਾਰ ਦੀ ਤੋਹੀਨ ਕਰ ਰਹੇ ਹੋ। अकालियां ने जिहड़ा अस्तीफ़ा दिता है वो उन्हों की मजबूरी है। मजबूरी का नाम हरसिमरत कौर जी का अस्तीफ़ा, क्योंकि अकालियां ने कोशिश की पिछले 3-4 महीने तो किसानों को बेवकूफ़ बनाने की, क्योंकि उन्होंने समझा भी है भोले लोग है तो इन्हों तो असी कदे वरा लांगे। उन्होंने आ कह के भी आ जिहड़ा काला कानून है सब तो वधिया कानून मोदी साहब ने किसानों वास्ते बनाया है। सुखबीर जी तो वकील बने हुए सीगे काले कानून के, उन्होंने नाल ਵੱਡੇ ਬਾਦਲ ਸਾਹਿਬ ਨੂੰ ਵੀ ਲਵੇੜ ਲਿਆ। ਉਹਦਾ ਨਤੀਜਾ ਹੋਇਆ ਵੀ ਉਹਨਾਂ ਦੀ ਦੋਗਲੀ ਜਿਹੜੀ ਜ਼ਬਾਨ ਸੀ ਉਹਦੇ ਕਰਕੇ ਜਿਸ ਕੁਰਸੀ ਦੇ ਪਾਏ ਪਕੜੇ ਬੈਠੇ ਸੀ ਸੁਖਬੀਰ ਬਾਦਲ ਜੀ, ਕਿਸਾਨਾਂ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਖਤਮ ਹੋ ਗਿਆ। ਆਪਣੀ ਜ਼ਬਾਨ ਉਹਨਾਂ ਦੀ ਜਿਹੜੀ ਸੀਗੀ ਨੱਕ ਕੱਟੀ ਗਈ ਤੇ ਉੱਥੇ ਜਿਹੜੀ ਕੁਰਸੀ ਨੂੰ ਚਿਮੜੇ ਬੈਠੇ ਸੀ ਉਹ ਕੁਰਸੀ ਵੀ ਜਾਂਦੀ ਰਹੀ। ਦੋ ਕਿਸ਼ਤੀਆਂ ਦੇ ਉੱਤੇ ਸਵਾਰ ਜਿਹੜਾ ਹੁੰਦਾ ਉਹਦੇ ਬੰਦੇ ਦੇ ਨਾਲ ਆਹੀ ਹਾਲਾਤ ਬਣਦੇ ਹੈ। ਇੱਧਰੋਂ ਵੀ ਗਏ ਉੱਧਰੋਂ ਵੀ ਗਏ, ਕਹਿੰਦਾ ਉਹਦੇ ਵਿੱਚ ਨਾ ਖੁਦਾਈ ਨਾ ਮਾਇਆ ਮਿਲੀ, ਨਾ ਦੁविधा में दोनों गए, ना माया मिली ना राम। कुर्सी भी गई ਤੇ किसानी भी गई। ਅੱਜ ਜੋ ਕੁਛ ਨਾਗਰਾ ਸਾਹਿਬ ਨੇ ਕੀਤਾ ਹੈ, ਉਹਨਾਂ ਨੇ ਇੱਕ ਇਖਲਾਕ ਦੇ ਤੌਰ ਤੇ ਵੀ ਅਸੀਂ ਲੋਕਾਂ ਦੇ ਨਾਲ ਖੜੇ ਆ। ਕੋਈ ਸਰਕਾਰ ਨਹੀਂ ਸੀ ਡਿਗਰੀ ਨਾਗਰਾ ਸਾਹਿਬ ਦੀ, ਕੋਈ ਨਾਗਰਾ ਸਾਹਿਬ ਦੀ ਕੁਰਸੀ ਹੈ ਨਹੀਂ ਸੀ ਜਿਸ ਤੋਂ ਵਾਂਝੇ ਹੋ ਰਹੇ ਸੀ। ਉਹਨਾਂ ਨੇ ਕਿਸਾਨਾਂ ਦੇ ਨਾਲ ਇਕਜੁੱਟਤਾ ਹੋ ਕੇ ਆ ਕੀਤਾ। ਪਰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ बिल्कुल ठोक के कहता मैं कोई इस्तीफ़ा मंजूर नहीं करूँगा, ना ही उन्होंने इस्तीफ़ा देन देंगे, क्योंकि यह लड़ाई कल्ले नागरा साहब की नहीं, आ लड़ाई कल्ले पंजाब कांग्रेस की नहीं, आ लड़ाई पूरे हिंदुस्तान के किसान की लड़ाई है। ਇਹਦਾ सूत्रधार जो है वो मोदी साहब है, जिन्हों ने आ काले कानून लैके है। लड़ाई साड़ी उत्थे है। असी लड़ाई दिल्ली लड़नी है, पंजाब के अंदर नहीं लड़नी। असी लड़ाई उत्थे जाके लड़ांगे, सारे एकजुट हो के लड़ांगे। अकालियां का ਜਿਹੜਾ ਦੋਗਲਾ ਚਿਹਰਾ ਸਾਹਮਣੇ ਆਇਆ ਹੈ, ਉਹਦੇ ਬਾਅਦ ਮੋਦੀ ਸਾਹਿਬ ਨੇ ਜੋ ਅੱਜ ਕੀਤਾ, ਮੈਂ ਉਸ ਦੀ ਜ਼ਿਆਦਾ ਗੱਲ ਕਰਨਾ ਚਾਹੂੰਗਾ। ਦੇਖੋ, ਜੋ ਅਕਾਲੀਆਂ ਨਾਲ ਕੱਲ ਉਹਨਾਂ ਨੇ ਅਸਤੀਫਾ ਦੇਣ ਦਾ ਜੋ ਡਰਾਮਾ ਕੀਤਾ ਹੋਇਆ, ਉਹ ਕੱਲ ਉੱਥੇ ਹੋ ਗਿਆ। ਪਰ ਅੱਜ ਜੋ ਕੁਝ ਸਵੇਰੇ ਵਾਪਰਿਆ, ਜਦੋਂ ਮੈਂ ਲੁਧਿਆਣੇ ਵਾਸਤੇ ਚੱਲਣ ਲੱਗਿਆ ਤਾਂ ਪਤਾ ਲੱਗਿਆ ਪ੍ਰੈਜ਼ੀਡੈਂਟ ਸਾਹਿਬ ਨੇ, ਮਾਨਯੋਗ ਰਾਸ਼ਟਰਪਤੀ ਨੇ ਅਸਤੀਫਾ ਮਨਜ਼ੂਰ ਕਰ ਲਿਆ। ਮੇਰਾ ਮੰਨਣਾ ਸੀਗਾ ਵੀ ਚਾਹੇ ਇੱਕ ਸ਼ਿਸ਼ਟਾਚਾਰ ਦੇ ਨਾਤੇ, क्योंकि बादल साहब जिहड़े है NDA दे जिहड़ी जिहदे मोदी साहब प्रधान मंत्री है, NDA दे फाउंडर मैंबर है, अकाली दलों का फाउंडर मैंबर सीगा। पर जदों अस्तीफा देता ਉਹਦੇ बाद मात्र शिष्टाचार औपचारिक रूप से ਮੈਨੂੰ ऐ सीगा भी मोदी साहब मानयोग प्रधान मंत्री जी चाहे सुखबीर बादल ਤਾਂ नहीं गल करते हो, ना ही बीबा जी नाल गल करन। ਮੈਨੂੰ सीगा भी ਵੱਡੇ बादल साहब ਨੂੰ ਜ਼ਰੂਰ ਟੈਲੀਫੋਨ करके ਕਹਿਣਗੇ ਵੀ बादल साहब बहुत ही भरे मन ਦੇ ਨਾਲ ਮੈਨੂੰ ਅਸਤੀਫਾ ਲੈਣਾ ਪੈ ਰਿਹਾ, क्योंकि ਤੁਹਾਡੇ ਜਵਾਕਾਂ ਨੇ ਜਿਹੜਾ ਕੰਮ ਕੀਤਾ ਉਹਦੇ ਬਾਅਦ ਮੈਂ ਇਹਨਾਂ ਨੂੰ ਰੱਖ ਨਹੀਂ ਸਕਦਾ। ਪਰ शिष्टाचार एक पासे, फाउंडर मैंबर एक पासे, उन्होंने मिनट ही नहीं मारिया। मोदी साहब ने अस्तीफा मंजूर करन लगे भी किते वापस ना आना, मन बदल लैन, फिर आके खड़ जान भी सानू मंत्री बनाओ। वो उन्हों का आपसी अकालियां का बीजेपी का मसला। मैनू जिहड़ी चिंता है साहब, जिस गल का मैं इस सारे मसले के अंदर खदशा जो मैनू पैदा हो रहा है, वो मोहर लग रही है खदशे ते। इन्होंने
ਅਣਗਹਿਲੀ ਬਾਦਲ ਸਾਹਿਬ ਦੀ, ਅਕਾਲੀ ਦਲ ਦੀ ਅਣਗਹਿਲੀ ਤਾਂ ਕੀਤੀ ਹੈ, ਪਰ ਕਿਉਂਕਿ ਇਹਨਾਂ ਦੇ ਪੁਰਾਣੇ ਮੈਂਬਰ ਹੈ, ਇਹਨਾਂ ਨੇ ਉੱਥੇ ਬਹਾਨਾ ਲਿਆ ਵੀ ਅਸੀਂ ਅਸਤੀਫਾ ਦੇ ਰਹੇ ਹਾਂ ਕਿਉਂਕਿ ਪੰਜਾਬ ਦੇ ਕਿਸਾਨ ਦੀ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨਾਲ ਕਹਿੰਦੇ ਮੈਂ ਗੱਲਬਾਤ ਕੀਤੀ। ਸੁਖਬੀਰ ਜੀ ਨੇ ਪਤਾ ਨਹੀਂ ਕਿਹੜੇ ਕਿਸਾਨ ਨਾਲ ਗੱਲਬਾਤ ਕੀਤੀ, ਪਰ ਉੱਥੇ ਉਹਨਾਂ ਨੇ ਛੱਡਤੀ ਪਾਰਲੀਮੈਂਟ ਦੇ ਅੰਦਰ ਵੀ ਮੈਂ ਕਿਸਾਨਾਂ ਨਾਲ ਗੱਲ ਕੀਤੀ ਤੇ ਕਿਸਾਨ ਬੜਾ ਚਿੰਤਿਤ ਹੈ। ਮੋਦੀ ਸਾਹਿਬ ਜੇ ਇੱਕ ਅੱਖਾਂ ਪੂੰਝਣ ਵਾਸਤੇ ਵੀ ਕਿਤੇ ਪੁੱਛ ਲੈਂਦੇ ਬਾਦਲ ਸਾਹਿਬ ਨੂੰ ਫੋਨ ਕਰਕੇ ਵੀ ਕਿਹੜੀ ਸਮੱਸਿਆ ਹੈ ਕਿਸਾਨ ਦੀ, ਮੈਂ ਉਹਦਾ ਹੱਲ ਕਰਾਂ। ਉਹਨਾਂ ਨੇ ਪੰਜਾਬ ਦੇ ਕਿਸਾਨ ਦਾ ਨਿਰਾਦਰ ਕੀਤਾ। ਮੋਦੀ ਸਾਹਿਬ ਨੇ ਉਹ ਵੀ ਜਹਿਮਤ ਨਹੀਂ ਉਠਾਈ, ਉਹ ਵੀ ਖੇਚਲ ਨਹੀਂ ਕੀਤੀ, ਬਿਨਾਂ ਟੈਲੀਫੋਨ ਬਿਨਾਂ ਕੋਈ ਗੱਲਬਾਤ ਲੈ ਕੇ ਅਸਤੀਫਾ ਘਰੇ ਤੋਰਤਾ। ਇਸ ਕਰਕੇ ਮੇਰਾ ਮੰਨਣਾ ਹੈ ਅੱਛੇ ਦਿਨ ਤਾਂ ਦੂਰ ਦੀ ਗੱਲ ਰਹਿ ਗਈ। ਆ ਜਿਹੜੇ ਕਾਲੇ ਕਾਨੂੰਨ ਪਾਸ ਹੋ ਗਏ, ਹੁਣ ਪੰਜਾਬ ਦੇ ਤੇ ਪੰਜਾਬ ਦੀ ਕਿਸਾਨੀ ਦੇ ਤੇ ਹੈ ਸਾਡੇ ਜਿਹੜੇ ਵਪਾਰੀ ਭਰਾ ਬੈਠੇ ਹੈ, ਜਿਹੜੇ ਕਿਸਾਨ ਮਜ਼ਦੂਰ ਬੈਠੇ ਹੈ, ਇਹਨਾਂ ਦੇ ਕਾਲੇ ਦਿਨ ਸਾਹਮਣੇ ਆਏ ਖੜੇ ਹੈ। ਆ ਸੰਘਰਸ਼ ਲੰਬਾ ਚੱਲੂਗਾ, ਚਲਾਵਾਂਗੇ ਹਰ ਸੰਭਵ। ਜਦੋਂ ਅੱਜ ਮੈਂ ਕਿਸਾਨ ਮੇਲੇ ਦੇ ਉੱਤੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ, ਐਡੀ ਵਧੀਆ ਬੰਪਰ ਫਸਲ ਲੈ ਕੇ ਆਏ, 1 ਕਰੋੜ 28 ਲੱਖ ਟਨ ਕਣਕ ਪਈ, ਹੁਣ ਪੈਡੀ ਭਰੀ ਪਈ ਹੈ, ਤਿਆਰ ਹੈ ਫਸਲਾਂ, ਪਰ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਉਹ ਫਸਲ ਸਾਂਭਦੇ ਚਾਹੀਦੇ ਸੀਗੇ, ਪਰ ਸੜਕਾਂ ਤੇ ਬੈਠੇ ਡਾਂਗਾਂ ਲਈ ਬੈਠੇ। ਮੈਂ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਵੀ ਅੱਜ ਦਿਵਾਇਆ ਆਪਣੇ ਤੌਰ ਤੇ, ਸੀਐਮ ਸਾਹਿਬ ਦੇ ਤੌਰ ਤੇ, ਕਾਂਗਰਸ ਪਾਰਟੀ ਦੇ ਤਰਫੋਂ। ਕਾਂਗਰਸ ਪਾਰਟੀ ਉਹਨਾਂ ਨੇ ਨਾਲ ਖੜੀ ਹੈ। ਅਸੀਂ ਕਾਨੂੰਨੀ ਲੜਾਈ, ਅਸੀਂ ਰਾਜਨੀਤਿਕ ਲੜਾਈ, ਅਸੀਂ ਸੜਕਾਂ ਦੀ ਲੜਾਈ, ਅਸੀਂ ਚਾਹੇ ਦਿੱਲੀ ਸਾਨੂੰ ਜਾਣਾ ਪਵੇ, ਹਰ ਸੰਭਵ ਪ੍ਰਯਾਸ ਕਰਕੇ, ਕਿਉਂਕਿ ਆ ਲੜਾਈ ਇਕੱਲੇ ਪੰਜਾਬ ਦੀ ਨਹੀਂ, ਆ ਹਿੰਦੁਸਤਾਨ ਦੀ ਕਿਸਾਨੀ ਦੀ ਹੈ। ਇਸ ਕਰਕੇ ਅਸੀਂ ਤਕੜੇ ਹੋ ਕੇ ਲੜਾਂਗੇ। ਪਰ ਇਹਨਾਂ ਲੋਕਾਂ ਦਾ ਦੋਗਲਾ ਚਿਹਰਾ ਜਿਹੜਾ ਸਾਹਮਣੇ ਆਇਆ ਹੈ, ਮੈਂ ਸਮਝਦਾ ਵੀ ਇਹਨਾਂ ਨੇ ਜਿੱਥੇ ਸੁਖਬੀਰ ਬਾਦਲ ਸਿੰਘ ਜੀ ਦੀ ਲੀਡਰਸ਼ਿਪ ਦਾ ਫੇਲਿਅਰ ਹੈ, ਆ ਜਿਹੜੇ ਅੱਜ ਇਹਨਾਂ ਨੇ ਦੋਨਾਂ ਨੂੰ ਪਾਏ ਫੜਨਾ ਚਾਹੁੰਦੇ ਸੀ, ਇੱਕ ਪਾਸੇ ਕਿਸਾਨਾਂ ਦੀ ਬਾਹ ਫੜੀ ਬੈਠੇ ਸੀ, ਇੱਕ ਪਾਸੇ ਪਾਇਆਂ ਦੀ, ਤੇ ਇਹਨਾਂ ਦਾ ਜੋ ਹਾਲ ਹੋਇਆ ਉਹ ਸਾਰਿਆਂ ਦੇ ਸਾਹਮਣੇ ਸਭ। ਥੈਂਕ ਯੂ। ਅਗਲੀ ਰਣਨੀਤੀ ਕੀ ਹੋਏਗੀ ਕਾਂਗਰਸ ਦੀ, ਕਿਉਂਕਿ ਕਿਸਾਨ ਆ ਜਿਹੜੇ ਅੱਜ ਕਿਸਾਨ ਨੇ ਵੀ ਕੋਸ਼ਿਸ਼ ਕੀਤੀ ਹੈ ਲੰਬੀ ਬਾਦਲ ਖੰਡਾ। ਮੈਂ ਬੇਨਤੀ ਕਰੂੰਗਾ ਸਾਰੇ ਕਿਸਾਨ ਭਰਾਵਾਂ ਨੂੰ, ਇਸ ਕਦਮ ਨੂੰ ਚੱਕਣ ਦੀ ਲੋੜ ਨਹੀਂ। ਆਹ ਲੜਾਈ ਸਾਰਿਆਂ ਦੀ ਹੈ, ਇਕੱਠੇ ਹੋ ਕੇ ਲੜਾਂਗੇ। ਤੇ ਮੇਰੀ ਇੱਕ ਬੇਨਤੀ ਸਾਰੇ ਜਥੇਬੰਦੀਆਂ ਨੂੰ ਵੀ ਹੈ, ਕਿਉਂਕਿ ਮੈਂ ਦੇਖ ਰਿਹਾ ਸੀ ਵੀ ਕਿਸਾਨ ਦੀ ਆਵਾਜ਼ ਚੱਕਣ ਵਾਲੇ ਉੱਥੇ ਉਸ ਲੋਕ ਸਭਾ ਦੇ ਅੰਦਰ ਸਿਵਾਏ ਕਾਂਗਰਸ ਪਾਰਟੀ ਦੇ ਕੋਈ ਹੋਰ ਹੈ ਨਹੀਂ ਸੀ ਜੀ ਕਿਸੇ ਨੇ ਆਵਾਜ਼ ਚੱਕੀ ਹੋਈ। ਜੇ ਸਾਰੇ ਜਥੇਬੰਦੀਆਂ ਕਿਸਾਨ ਇਕੱਠੇ ਹੋ ਕੇ ਕਿਸੇ ਪਾਰਟੀ 'ਚ ਭੇਜਣ ਤਾਂ ਕਿਸਾਨ ਦੀ ਗੱਲ ਕਰਨ ਵਾਲੇ ਇਹੋ ਜਿਹੇ ਬੰਦੇ ਨਾ ਭੇਜਣ ਜਿਨ੍ਹਾਂ ਨੇ ਆਪਣੀ ਕੁਰਸੀ ਵਾਸਤੇ ਕਿਸਾਨ ਦੇ ਹਿੱਤਾਂ ਦਾ ਸੌਦਾ ਕੀਤਾ। ਜੇ ਆਹ ਗੱਲ ਸੁਖਬੀਰ ਬਾਦਲ ਜੀ ਨੇ ਜਿਸ ਦਿਨ ਆਰਡੀਨੈਂਸ ਦੀ ਮੀਟਿੰਗ ਉੱਥੇ ਹੋਈ ਸੀ ਪਹਿਲਾਂ ਕਹਿ ਦਿੰਦੇ ਤਾਂ ਸ਼ਾਇਦ ਉਹਦੇ ਵਿੱਚ ਮੋਦੀ ਸਾਹਿਬ ਆਪਣੀ ਹੱਦ ਤੱਕ ਨਾ ਸਮਝਦੇ, ਸ਼ਾਇਦ ਵਿਡਰਾਅ ਕਰ ਲੈਂਦੇ। ਸੁਖਬੀਰ ਜੀ ਨੇ ਕੋਸ਼ਿਸ਼ ਕੀਤੀ ਕਿਸਾਨਾਂ ਨੂੰ ਬੇਵਕੂਫ ਬਣਾਉਣ ਦੀ, ਇਵੈਂਚੁਅਲੀ ਆਖਰ ਦੇ ਵਿੱਚ ਖੁਦ ਬੇਵਕੂਫ ਬਣ ਗਏ। ਅੱਜ ਜਿੱਥੇ ਲੋਕ ਸਭਾ ਦੇ ਅੰਦਰ ਉਹਨਾਂ ਦਾ ਮਜ਼ਾਕ ਉਡਾਇਆ ਗਿਆ, ਮੈਂ ਦੇਖ ਰਿਹਾ ਸੀ ਜਿਸ ਤਰ੍ਹਾਂ ਸਪੀਕਰ ਨੇ ਕਹਿੰਦਾ ਬਹਿ ਜਾ, ਉਹਨਾਂ ਦੀ ਗੱਲ ਨਹੀਂ ਸੁਣਨ ਪੂਰੀ ਉਹਨੇ ਕਰਨ ਦਿੱਤੀ। ਇੱਕ ਸੀਨੀਅਰ ਮੈਂਬਰ ਉਹਨਾਂ ਦੇ NDA ਦੇ ਹੋਣ ਤੇ ਜਿਸ ਹਿਸਾਬ ਨਾਲ ਮੋਦੀ ਸਾਹਿਬ ਨੇ ਅੱਜ ਸਵੇਰੇ ਨਿਬੇੜਤਾ ਕੰਮ, ਇਹਦੇ ਨਾਲ ਪੰਜਾਬ ਦੇ ਕਿਸਾਨ ਤੇ ਪੰਜਾਬ ਕੰਨੀ ਇਹਨਾਂ ਦੀ ਮਾੜੀ ਦ੍ਰਿਸ਼ਟੀ ਜਿਹੜੀ BJP ਇਹਦੇ ਸਾਹਮਣੇ ਆਉਂਦੀ ਹੈ। ਥੈਂਕ ਯੂ।